ਸਾਰਿਆਂ ਦਾ ਸਵਾਗਤ ਹੈ ਜੀ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਲੈ ਕੇ ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਐਕਸਪਰਟ ਵੀ ਸਾਡੇ ਨਾਲ ਮੌਜੂਦ ਨੇ ਅੱਜ ਇੱਕ ਵਾਰ ਫਿਰ ਤੋਂ ਜੀ ਫਿਊਚਰ ਵਿੰਗਸ ਤੋਂ ਮੈਡਮ ਨਿਮਨ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਥੈਂਕ ਯੂ ਸੋ ਮਚ ਮੈਮ ਸੋ ਲਾਸਟ ਟਾਈਮ ਵੀ ਅਸੀਂ ਨਿਮਨ ਮੈਮ ਨੂੰ ਇੱਥੇ ਇਨਵਾਈਟ ਕੀਤਾ ਸੀ ਜੀ ਸਾਡੇ ਦੇਸ਼ ਪਰਦੇਸ ਲਾਈਵ ਦੇ ਇਸ ਮੰਚ ਦੇ ਉੱਤੇ ਤੇ ਕਈ ਕੁਐਰੀਜ਼ ਇਸ ਵਾਰੀ ਦੇਖਣ ਨੂੰ ਮਿਲੀਆਂ ਨੇ ਟੂਰਿਸਟ ਵੀਜ਼ਾ ਐਂਡ ਵਿਜ਼ਟਰ ਵੀਜ਼ਾ ਨੂੰ ਲੈ ਕੇ ਤੇ ਅੱਜ ਵੀ ਖਾਸ ਤੌਰ ਤੇ ਜੀ ਤੁਹਾਡੀ ਡਿਮਾਂਡ ਦੇ ਉੱਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਵਾਸਤੇ ਲੈ ਕੇ ਹਾਜ਼ਰ ਹਾਂ ਸੋ ਨਿਮਨ ਮੈਮ ਸਾਡੇ ਨਾਲ ਨੇ ਫਿਊਚਰ ਵਿੰਗਸ ਤੋਂ ਜੋ ਤੁਹਾਨੂੰ ਅੱਜ ਇੱਕ ਵਾਰ ਫਿਰ ਤੋਂ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਜੀ ਯਾਨੀ ਕਿ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਿੰਨਾ ਵੀ ਦਰਸ਼ਕਾਂ ਨੇ ਅਪਲਾਈ ਕਰਨਾ ਜੀ ਤੁਹਾਡੇ ਵਾਸਤੇ ਮੌਕਾ ਬਟ ਫਿਲਹਾਲ ਤੁਹਾਡੇ ਕੋਲੇ ਇਹ ਵੀ ਮੌਕਾ ਹੁੰਦਾ ਹੈ ਕਿ ਤੁਸੀਂ ਲਾਈਵ ਗੱਲਬਾਤ ਵੀ ਕਰ ਸਕਦੇ ਹੋ ਸੋ ਦੇਸ਼ ਪਰਦੇਸ ਲਾਈਵ ਦਾ ਇਹ ਮੰਚ ਜੀ ਤੁਹਾਡੇ ਸਾਰਿਆਂ ਦੇ ਵਾਸਤੇ ਹੁੰਦਾ ਜਿੰਨੇ ਦਰਸ਼ਕ ਸਾਡੇ ਇਸ टीवी ਦੇ ਅੱਗੇ ਬੈਠੇ ਨੇ ਸਾਨੂੰ ਵੇਖ ਰਹੇ ਨੇ ਸੁਣ ਰਹੇ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਵਿਦੇਸ਼ ਜਾਣਾ ਸੀ ਘੁੰਮਣ ਫਿਰਨ ਜਾਣਾ ਜਾਂ ਕੋਈ ਤੁਹਾਡਾ ਉੱਥੇ ਰਿਸ਼ਤੇਦਾਰ ਹੈ ਉਹਨਾਂ ਨੂੰ ਮਿਲਣ ਜਾਣਾ ਕੋਈ ਫੰਕਸ਼ਨ ਹੈ ਉਹ ਅਟੈਂਡ ਕਰਨਾ ਹੈ ਕੋਈ ਦੋਸਤ ਮਿੱਤਰ ਦੀ ਸ਼ਾਦੀ ਹੈਗੀ ਹੈ ਜਾਂ ਫਿਰ ਤੁਹਾਡੇ ਬੱਚੇ ਉੱਥੇ ਪੜ੍ਹਦੇ ਨੇ ਜੀ ਤੁਸੀਂ ਉਹਨਾਂ ਨੂੰ ਵੀ ਮਿਲਣ ਜਾ ਸਕਦੇ ਹੋ ਸੋ ਫਿਲਹਾਲ ਜੀ ਨਿਮਨ ਮੈਮ ਜਿੱਦਾਂ ਲਾਸਟ ਵਧੀਆ ਰਿਸਪੌਂਸ ਮਿਲਿਆ ਹੈਗਾ ਤੁਹਾਨੂੰ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਨੂੰ ਲੈ ਕੇ ਕਾਫੀ ਇਨਕੁਆਇਰੀਜ਼ ਆਈਆਂ ਨੇ ਸਟੂਡੈਂਟਸ ਦੀਆਂ ਆਈਆਂ ਨੇ ਜਾਂ ਫਿਰ ਪੇਰੈਂਟਸ ਦੀਆਂ ਆਈਆਂ ਜਿਹੜੇ ਆਪਣੇ ਬੱਚਿਆਂ ਨੂੰ ਮਿਲਣ ਦੇ ਚਾਹਵਾਨ ਨੇ ਬਿਕੋਜ਼ ਇਟਸ ਬਿਨ ਲੌਂਗ ਕਿ ਉਹ ਮਿਲਣ ਨਹੀਂ ਜਾ ਪਾਏ ਡਿਊ ਟੂ ਕੋਵਿਡ ਪਹਿਲਾਂ ਫਲਾਈਟਸ ਦਾ ਸੀਨ ਚੱਲ ਰਿਹਾ ਸੀ ਫਿਰ ਕਈ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਹਾਂ ਟੂਰਿਸਟ ਵੀਜ਼ਾ ਓਪਨ ਹੋ ਚੁੱਕਿਆ ਬਟ ਹੁਣ ਬਹੁਤ ਜ਼ਿਆਦਾ ਇਨਕੁਆਇਰੀਜ਼ ਆਈਆਂ ਨੇ ਅਸੀਂ ਪ੍ਰੋਪਰਲੀ ਉਹਨਾਂ ਨੂੰ ਐਂਟਰਟੇਨ ਕਰਿਆ ਵਿਜ਼ਿਟਸ ਹੋ ਰਹੀਆਂ ਨੇ ਐਂਡ ਉਹਨਾਂ ਨੂੰ ਅਸੀਂ ਪ੍ਰੋਪਰ ਗਾਈਡ ਕਰ ਰਹੇ ਹਾਂ ਜੀ ਸੋ ਮੋਸਟਲੀ ਯਾਨੀ ਕਿ ਕਿਹੜੀ ਕੰਟਰੀ ਨੂੰ ਲੈ ਕੇ ਕੁਐਰੀ ਰਹੀ ਹੈ ਆਈ ਐਮ ਸ਼ੋਰ ਕੈਨੇਡਾ ਯੈਸ ਮੈਮ ਕੈਨੇਡਾ ਐਂਡ ਆਸਟ੍ਰੇਲੀਆ ਯੈਸ ਇਟ ਵਾਸ ਅ ਹਿਊਜ ਰਿਸਪੌਂਸ ਮਤਲਬ ਕਿ ਉਹਨਾਂ ਨੂੰ ਇਹ ਸੀਗਾ ਕਿ ਕੈਨੇਡਾ ਪ੍ਰੋਪਰਲੀ ਟੂਰਿਸਟ ਵੀਜ਼ਾ ਦੇ ਹੀ ਨਹੀਂ ਰਿਹਾ ਜਦ ਕਿ ਉਹ ਦੋ ਚੀਜ਼ਾਂ ਦੇ ਵਿੱਚ ਬਹੁਤ ਕਨਫਿਊਜ਼ ਹੋ ਰਹੇ ਸੀਗੇ ਕਿ ਇੱਕ ਤਾਂ ਜਿਨ੍ਹਾਂ ਦੀਆਂ ਫਾਈਲਾਂ ਆਲਰੇਡੀ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਰਿਸਪੌਂਸ ਮਿਲਣ ਲਈ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਬਟ ਹਾਂ ਉਹ ਫਾਈਲਾਂ ਦਾ ਜਿਹੜਾ ਸਿਨੈਰੀਓ ਸਿਰਫ ਉਹ ਪਾਰਟਿਕੂਲਰ ਫਾਈਲਸ ਲਈ ਆ ਜਿਹੜੀਆਂ ਆਲਰੇਡੀ ਪ੍ਰੋਸੈਸਿੰਗ 'ਚ ਕਾਫੀ ਟਾਈਮ ਤੋਂ ਚੱਲ ਰਹੀਆਂ ਨੇ ਬਟ ਜਿਹੜੀਆਂ ਹੁਣ ਲੇਟੈਸਟ ਫਾਈਲਸ ਅਸੀਂ ਲਾ ਰਹੇ ਹਾਂ ਜੈਨ ਦੇ ਵਿੱਚ ਲਾਈਆਂ ਜਾਂ ਫੈਬ ਦੇ ਵਿੱਚ ਲਾਈਆਂ ਜਾਂ ਦਸੰਬਰ ਨੂੰ ਵੀ ਤੁਸੀਂ ਲੈ ਕੇ ਚੱਲ ਸਕਦੇ ਹੋ ਉਹਨਾਂ ਦਾ ਜਿਹੜਾ ਰਿਸਪੌਂਸ ਆ ਉਹ 20 22 25 ਦਿਨਾਂ ਦੇ ਵਿੱਚ ਆ ਰਿਹਾ ਆਮ ਟਾਕਿੰਗ ਅਬਾਊਟ ਵਰਕਿੰਗ ਡੇਜ਼ ਓਨਲੀ ਤਾਂ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਇਹ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਅਸੀਂ ਪ੍ਰੋਪਰਲੀ ਗਾਈਡ ਕੀਤਾ ਐਂਡ ਉਸ ਤੋਂ ਇਲਾਵਾ ਆਸਟ੍ਰੇਲੀਆ ਜਿਵੇਂ ਕਿ ਹੁਣ 22 ਫੈਬ ਤੋਂ ਓਪਨ ਹੋਇਆ ਸਾਰਿਆਂ ਲਈ ਫੈਮਿਲੀ ਮੈਂਬਰਸ ਲਈ ਐਂਡ ਫਸਟ ਬਲੱਡ ਰਿਲੇਸ਼ਨ ਲਈ ਪਹਿਲਾਂ ਤੋਂ ਹੀ ਓਪਨ ਸੀਗਾ ਇਹ ਗੱਲ ਬਾਰੇ ਵੀ ਪਤਾ ਨਹੀਂ ਸੀਗਾ ਬਟ ਜਿਹੜਾ ਹੁਣ ਹੈਗਾ ਕਿ ਸਾਰਿਆਂ ਲਈ ਓਪਨ ਹੋ ਚੁੱਕਿਆ ਐਵਰੀਵਨ ਕੈਨ ਅਪਲਾਈ ਤੁਹਾਡੇ ਫਰੈਂਡਸ ਨੇ ਕੋਈ ਸੈਕਿੰਡ ਬਲੱਡ ਰਿਲੇਸ਼ਨ ਚੋਂ ਆ ਜਾਂ ਥਰਡ ਪਾਰਟੀ ਆ ਉਹ ਵੀ ਤੁਹਾਨੂੰ ਇਨਵਾਈਟ ਕਰਨਗੇ ਤਾਂ ਤੁਹਾਨੂੰ ਵੀਜ਼ਾ ਮਿਲ ਸਕਦਾ ਅਦਰਵਾਈਜ਼ ਤੁਸੀਂ ਸਿੰਪਲ ਟੂਰਿਸਟ ਵੀਜ਼ਾ ਦੇ ਤਾਂ ਜਾ ਹੀ ਸਕਦੇ ਹੋ ਉਹ ਤਾਂ ਕੋਈ ਪ੍ਰੋਬਲਮੈਟਿਕ ਗੱਲ ਹੈ ਨਹੀਂ ਜੀ ਸੋ ਕੈਨੇਡਾ ਜਾਣਾ ਹੈ ਆਸਟ੍ਰੇਲੀਆ ਜਾਣਾ ਹੈ ਯੂਕੇ ਜਾਣਾ ਜਿੱਥੇ ਕਿ ਟੂਰਿਸਟ ਵੀਜ਼ਾ ਦੇ ਨਾਲ ਵਿਜ਼ਟਰ ਵੀਜ਼ਾ ਜਿਹੜੇ ਨੇ ਜੀ ਉਹ ਵੀ ਮਿਲਦੇ ਹੈਗੇ ਨੇ ਬਟ ਕੈਟਾਗਰੀ ਨੂੰ ਸਮਝਣਾ ਪਏਗਾ ਅੱਛਾ ਦੋਨਾਂ ਦੇ ਵਿੱਚ ਇੱਕ ਵਾਰੀ ਫਰਕ ਫੇਰ ਦੱਸ ਦਿੰਦੇ ਆ ਜੀ ਕਿ ਟੂਰਿਸਟ ਵੀਜ਼ਾ ਕੀ ਹੈ ਐਂਡ ਵਿਜ਼ਟਰ ਵੀਜ਼ਾ ਕੀ ਹੈ ਸੋ ਆਈ ਥਿੰਕ ਤੁਸੀਂ ਜ਼ਿਆਦਾ ਵਧੀਆ ਦੱਸ ਪਾਓਗੇ ਬੇਸਿਕਲੀ ਯੈਸ ਮੈਮ ਬੇਸਿਕਲੀ ਦੋਨਾਂ ਵਿੱਚ ਕੋਈ ਹਿਊਜ ਡਿਫਰੈਂਸ ਤਾਂ ਹੈ ਨਹੀਂਗਾ ਇਹ ਬਸ ਆਪਣੇ ਕਹਿਣ ਦਾ ਤਰੀਕਾ ਹੈ ਜਦੋਂ ਅਸੀਂ ਫਾਰਮਸ ਵੀ ਫਿਲ ਕਰਦੇ ਹਾਂ ਉਹਦੇ ਵਿੱਚ देयर इज नो ਸੱਚ ਕੈਟਾਗਰੀ ਹਾਂ ਉਦੋਂ ਦੋ ਚੇਂਜਸ ਹੁੰਦੇ ਆ ਕਿ ਟੂਰਿਸਟ ਜਾ ਰਹੇ ਹੋ ਮਤਲਬ ਤੁਸੀਂ ਹੋਟਲ ਬੁਕਿੰਗ ਕਨਫਰਮੇਸ਼ਨ ਲੈ ਕੇ ਜਾ ਰਹੇ ਹੋ ਉਹ ਟੂਰਿਸਟ ਹੋ ਗਿਆ ਜੇ ਤੁਸੀਂ ਹੋਟਲ ਬੁਕਿੰਗ ਤੇ ਰਾਈਟ ਐਗਜ਼ੈਕਟਲੀ ਮਤਲਬ ਜੇ ਤੁਹਾਨੂੰ ਕੋਈ ਵੀ ਇਨਵਾਈਟ ਨਹੀਂ ਕਰ ਰਿਹਾ ਸਪਾਂਸਰਸ਼ਿਪ ਨਹੀਂ ਹੈ ਯਾਨੀ ਯੈਸ ਸੈਕੰਡ ਵਨ ਇਜ਼ ਵਿਜ਼ਿਟਰ ਜਿਹਦੇ ਵਿੱਚ ਆਪਾਂ ਕਹਿੰਦੇ ਆ ਕਿ ਤੁਹਾਨੂੰ ਕੋਈ ਵੀ ਇਨਵੀਟੇਸ਼ਨ ਦੇ ਰਿਹਾ ਚਾਹੇ ਉਹ ਮਿਲਣ ਲਈ ਦੇ ਰਿਹਾ ਕੋਈ ਕਨਵੋਕੇਸ਼ਨ ਦੇ ਲਈ ਦੇ ਰਿਹਾ ਕੋਈ ਬਰਥਡੇ ਹੈ ਕੋਈ ਮੈਰਿਜ ਹੈ ਉਹਦੇ ਲਈ that is called visitor ਜੀ ਬੇਸਿਕਲੀ ਡਿਫਰੈਂਸ ਇਹਨਾਂ ਵਿੱਚ ਕੋਈ ਖਾਸ ਹੈ ਵੀ ਨਹੀਂ ਦੇਖਿਆ ਜਾਵੇ ਬਾਕੀ ਰਿਕੁਆਇਰਮੈਂਟਸ ਵਗੈਰਾ ਸਾਰੀਆਂ ਸੇਮ ਰਹਿੰਦੀਆਂ ਨੇ ਐਵਰੀਥਿੰਗ ਇਜ਼ ਸੇਮ ਹੈ ਮਤਲਬ ਹੋਟਲ ਬੁਕਿੰਗ ਦੇ ਵਿੱਚ ਸਾਡੇ ਕਰਨ ਵਾਲੇ ਕੰਮ ਜ਼ਿਆਦਾ ਹੁੰਦੇ ਨੇ ਅਸੀਂ ਹੋਟਲ ਬੁਕਿੰਗ ਕਨਫਰਮੇਸ਼ਨ ਲੈਣੀ ਹੁੰਦੀ ਆ ਆਈਟਨਰੀ ਬਣਾਉਣੀ ਹੁੰਦੀ ਆ ਫਾਈਲਿੰਗ ਥੋੜੀ ਜ਼ਿਆਦਾ ਹੁੰਦੀ ਆ ਬਟ ਇਨ ਸਪਾਂਸਰ ਕੇਸਸ ਅਸੀਂ ਦੱਸ ਦਿੰਦੇ ਆ ਕੀ ਡਾਕੂਮੈਂਟ ਸਪਾਂਸਰ ਵੱਲੋਂ ਚਾਹੀਦੇ ਆ ਐਂਡ ਜਿਹੜਾ ਐਪਲੀਕੈਂਟ ਇੰਡੀਆ ਤੋਂ ਅਪਲਾਈ ਕਰ ਰਿਹਾ ਉਹ ਆਪਣੀ ਡਾਕੂਮੈਂਟੇਸ਼ਨ ਦੇ ਦਿੰਦਾ ਇਹਨਾਂ ਦੋਨਾਂ ਦੇ ਨਾਲ ਅਪਲਾਈ ਹੋ ਜਾਂਦਾ ਜੀ ਸੋ ਫਿਲਹਾਲ ਜੀ ਤੁਹਾਡੇ ਵਾਸਤੇ ਦੇਸ਼ ਪਰਦੇਸ ਲਾਈਵ ਦਾ ਇਹ ਮੰਚ ਤੇ ਜਲਦੀ ਦੇ ਨਾਲ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਪ੍ਰੋਫਾਈਲ ਦੱਸ ਸਕਦੇ ਹੋ ਜਿਨ੍ਹਾਂ ਨੇ ਹੁਣ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੇ ਉੱਪਰ ਜਾਣਾ ਹੈ ਸੋ ਕੈਨੇਡਾ ਆਸਟ੍ਰੇਲੀਆ ਯੂਕੇ ਇਸ ਤੋਂ ਇਲਾਵਾ ਅੱਛਾ ਯੂਰਪ ਵੀ ਇਸ ਵਾਰੀ ਓਪਨ ਹੈ ਹੋਇਆ ਸ਼ੈਂਗਨ ਕੰਟਰੀਜ਼ ਮੈਮ देयर आर 6 ਕੰਟਰੀਜ਼ 6-7 ਕੰਟਰੀਜ਼ ਜਿਹੜੀਆਂ ਕਿ ਓਪਨ ਨੇ ਫਿਲਹਾਲ ਓਪਨ ਰਾਈਟ ਤੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੰਨ ਕੇ ਚਲੋ ਤੁਸੀਂ ਕਿਸੇ ਬੇਸਿਕਲੀ ਸਪੈਸੀਫਿਕ ਕੰਟਰੀ ਦੇ ਵਿੱਚ ਜਾਣ ਦਾ ਪਲਾਨ ਕਰ ਰਹੇ ਹੋ ਬਟ ਉਹ ਕੰਟਰੀ ਅਨਫੋਰਚੂਨੇਟਲੀ ਓਪਨ ਨਹੀਂ ਹੈਗੀ ਜਾਂ ਉਹਦੇ VFS ਓਪਨ ਨਹੀਂ ਹੈਗੇ ਸੋ ਮਤਲਬ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਹਾਂਜੀ ਹੁਣ ਅਸੀਂ ਅਪਲਾਈ ਨਹੀਂ ਕਰ ਸਕਦੇ ਵੀ ਹੈਵ ਟੂ ਵੇਟ ਸੋ ਯੂਰਪ ਦਾ ਅਪਲਾਈ ਕਰੀਏ ਸ਼ਾਨੇਗਨ ਦਾ ਐਂਡ ਵੀ ਕੈਨ ਗੋ ਐਨੀਵੇਅਰ ਇਨ 26 ਕੰਟਰੀਜ਼ ਹੈਲੋ हेलो मैडम सत श्री अकाल सत श्री अकाल मैम जी कौन बोल रहे हो
मैम मैं नवनीत बोल रही हूँ। जी नਵਦੀਪ, ਕੀ ਸਵਾਲ ਹੈ, ਕੀ ਪੁੱਛਣਾ ਹੈ? मैम मेरे ना मामा जी ਦੇ ਬੇਟੇ ਦੀ ਮੈਰਿਜ ਹੈ ਆਸਟ੍ਰੇਲੀਆ, ਠੀਕ ਹੈ ਜੀ, ਐਂਡ ਉਹ ਮੈਨੂੰ ਸਪਾਂਸਰ ਕਰ ਰਹੇ ਹੈ ਉਧਰੋਂ, ਠੀਕ ਹੈ ਠੀਕ ਹੈ। एंड मेरी गवर्नमेंट जॉब है उरे, मतलब अराउंड 2 इयर्स पहला तो मैंने ज्वाइन किया है। अच्छा। तो की प्रोसेस रहेगा मेरा सारा उसका? ਤੁਸੀਂ ਆਸਟ੍ਰੇਲੀਆ ਜਾਣਾ ਮਾਮਾ ਜੀ ਦੇ ਬੇਟੇ ਦੇ ਵਿਆਹ ਤੇ, ਰਾਈਟ? हाँ जी। ਹੋਰ ਫੈਮਿਲੀ ਚ ਕੌਣ ਕੌਣ ਹੈ ਤੁਹਾਡੇ? मैम मेरे को मेरा बड़ा ब्रदर है, मदर फादर। ਅੱਛਾ, ਤੇ ਤੁਸੀਂ ਪਹਿਲਾਂ ਕਦੇ ਗਏ ਹੋ? ਫੋਨ ਕੱਟਿਆ ਗਿਆ। ਹਾਲਾਂਕਿ ਸਟੂਡੈਂਟਸ ਜਿਹੜੇ ਨੇ ਜੀ ਸਾਡੇ, ਉਹ ਵੀ ਕਾਲ ਕਰ ਸਕਦੇ ਨੇ ਜੇ ਤੁਸੀਂ ਸਟੂਡੈਂਟ ਵੀਜ਼ਾ ਨੂੰ ਲੈ ਕੇ ਇਨਫੋਰਮੇਸ਼ਨ ਲੈਣੀ ਹੈ ਕੋਈ। ਆਮ ਸ਼ੋਰ ਕਿ ਨਿਮਨ ਮੈਮ ਰਾਈਟ, ਤੁਸੀਂ ਐਗਜ਼ੈਕਟਲੀ ਹੈਲਪ ਆਊਟ ਕਰੋਗੇ ਹਾਂਜੀ ਹਾਂਜੀ ਦਿਸ ਟਾਈਮ। ਬਿਲਕੁਲ ma'am। ਸੋ ਦੇਸ਼ ਪ੍ਰਦੇਸ਼ ਲਾਈਵ ਦਾ ਇਮਾਨ ਜੀ, ਆਸਟ੍ਰੇਲੀਆ ਮਾਮਾ ਜੀ ਦਾ ਬੇਟੇ ਦੀ ਬੇਟੇ ਸ਼ਾਦੀ ਹੈ ਦੀ, ਤੇ right। ਜਾਣਾ ਹੈ ਤੇ ਜੀ। ਇਨਵੀਟੇਸ਼ਨ ਉਹ ਭੇਜ ਰਹੇ ਨੇ। ਕਿੰਨੇ ਪਰਸੈਂਟ ਚਾਂਸਸ ਲੱਗਦੇ ਨੇ? ਚਾਂਸਸ ਵਧੀਆ ਨੇ। ਜਿਵੇਂ ਮੈਮ ਨਵਰੀਤ ਸੀ, ਆਈ ਗੈਸ ਉਹਦਾ ਨਾਮ ਨਵਰੀਤ। ਨਵਰੀਤ ਜੀ ਦੱਸ ਰਹੇ ਸੀਗੇ ਕਿ ਉਹਨਾਂ ਦੇ ਮਾਮਾ ਜੀ ਦੇ ਬੇਟੇ ਦੀ ਮੈਰਿਜ ਐਂਡ ਉਹ ਜਾਣ ਬਾਰੇ ਪਲਾਨ ਕਰ ਰਹੇ ਨੇ, ਐਂਡ ਸ਼ੀ ਇਜ਼ ਇਨ ਗਵਰਨਮੈਂਟ ਜੌਬ। ਜੀ। ਤਾਂ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਫੰਡਸ ਵਧੀਆ ਹੀ ਹੋਣਗੇ ਨਵਰੀਤ। ਤੁਸੀਂ ਆਪਣੇ ਫੰਡਸ ਦਿਖਾਓ, ਸਟੇਟਮੈਂਟ 6 ਮੰਥ ਦੀ ਚਾਹੀਦੀ ਹੋਏਗੀ ਐਟਲੀਸਟ। ਕੋਸ਼ਿਸ਼ ਕਰੋ ਤੁਸੀਂ 4 ਤੋਂ 5 ਲੱਖ ਦੇ ਫੰਡਸ ਦਿਖਾਓ। ਜਿਹੜੇ ਗਵਰਨਮੈਂਟ EMPLOYEES ਹੁੰਦੇ ਆ ਉਹਨਾਂ ਕੋਲ GPF PPF ਫੰਡਸ ਵੀ ਹੁੰਦੇ ਆ, that you can also show। ਠੀਕ ਹੈ। ਜੇ ਤੁਹਾਡੇ ਪਰਸਨਲ ਅਕਾਊਂਟ ਦੇ ਸੇਵਿੰਗ ਅਕਾਊਂਟ ਦੇ ਵਿੱਚ ਜ਼ਿਆਦਾ ਫੰਡਸ ਨਹੀਂ ਹੈਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ, ਤੁਸੀਂ ਆਪਣੇ ਪੇਰੈਂਟਸ ਦੀ ਹੈਲਪ ਲੈ ਸਕਦੇ ਹੋ। ਐਂਡ ਤੁਸੀਂ ਇਕੱਲੇ ਜਾਣ ਦੀ ਬਜਾਏ ਜੇ ਆਪਣੇ ਮਦਰ ਨੂੰ ਨਾਲ ਲੈ ਕੇ ਜਾਣਾ ਚਾਹੋ, ਦੈਟ ਇਜ਼ ਆਲਸੋ ਐਪਲੀਕੇਬਲ। ਉਹਨਾਂ ਨੂੰ ਨਾਲ ਲੈ ਕੇ ਵੀ ਜਾ ਸਕਦੇ ਹੋ ਕਿਉਂਕਿ ਤੁਹਾਡੇ ਮਾਮਾ ਜੀ ਦੇ ਬੇਟੇ ਦੀ ਮੈਰਿਜ ਹੈ। ਐਂਡ ਜੇ ਰੀਅਲ ਮਾਮਾ ਜੀ ਨੇ ਤੁਹਾਡੇ ਮਤਲਬ ਫਸਟ ਬਲੱਡ ਰਿਲੇਸ਼ਨ ਚਾਹੁੰਦੇ ਤਾਂ ਰਿਲੇਸ਼ਨਸ਼ਿਪ ਪ੍ਰੂਫ ਵੀ ਆਪਾਂ ਲਾ ਸਕਦੇ ਹਾਂ। ਓਕੇ। ਬਾਕੀ ਉਸ ਤੋਂ ਇਲਾਵਾ ਪ੍ਰਾਪਰਟੀ ਵੈਲਿਊਏਸ਼ਨ ਤੁਸੀਂ ਆਪਣੇ ਪੇਰੈਂਟਸ ਦੀ ਦੇ ਦਿਓ ਮੈਮ। ਬਾਕੀ ਇਹ ਸਿੰਗਲ ਨੇ ਜਾਂ ਮੈਰਿਡ ਨੇ ਉਹ ਹਲੇ ਇਹਨਾਂ ਦੀ ਕਲੈਰਿਟੀ ਨਹੀਂ ਦਿੱਤੀ। ਐਨੀਵੇਜ਼ ਮੈਂ ਕਾਲ ਬੈਕ ਕਰ ਲਾਂਗੀ ਤੁਹਾਨੂੰ, ਵੀ ਵਿਲ ਡਿਸਕਸ ਅਬਾਊਟ ਇਟ ਐਂਡ ਅਕੋਰਡਿੰਗਲੀ ਤੁਹਾਨੂੰ ਸਾਰੇ ਡਾਕੂਮੈਂਟਸ ਦੱਸ ਦਾਂਗੇ। ਜੀ। ਸੋ ਤੁਸੀਂ ਵਿਆਹ ਤੇ ਜਾਣਾ ਜੀ ਆਸਟ੍ਰੇਲੀਆ ਤੇ। ਅੱਛਾ, ਵਿਆਹ ਤੇ ਕਦੋਂ ਜਾਣਾ? ਖੈਰ ਇਹ ਆਪਾਂ ਨਹੀਂ ਉਹਨਾਂ ਨੂੰ ਪੁੱਛ ਸਕੇ, ਰਾਈਟ ਜੀ ਰਾਈਟ। ਕਿੰਨੇ ਟਾਈਮ ਪਹਿਲਾਂ ਹੁਣ ਅਪਲਾਈ ਕਰਨ ਦੀ ਰਾਈਟ, ਲੋੜ ਲੈਟਸ ਹੈ? ਸੇ ਮੈਮ ਆਪਾਂ ਅਸਿਊਮ ਕਰਕੇ ਚੱਲ ਸਕਦੇ ਹਾਂ, ਲੈਟਸ ਸੇ April ਜਾਂ May ਦੇ ਵਿੱਚ ਮੈਰਿਜ ਹੈ। ਹੁਣ ਫੈਬ ਤਾਂ ਆਲਮੋਸਟ ਖਤਮ ਹੋ ਚੁੱਕਿਆ ਹੈ, ਤਾਂ ਜੇ ਆਪਾਂ ਪ੍ਰੈਪਰੇਸ਼ਨ ਸਟਾਰਟ ਵੀ ਕਰਦੇ ਹਾਂ ਇਨ ਦਾ ਮੰਥ ਆਫ ਮਾਰਚ, ਲੈਟਸ ਸੇ ਆਪਾਂ 15 ਮਾਰਚ ਤੱਕ ਫਾਈਲ ਲਾ ਦਾਂਗੇ, ਫਿਰ ਹੀ ਜਾ ਕੇ ਉਹ April ਲਈ ਜਾਂ May ਲਈ ਜਾ ਸਕਣਗੇ। ਕਿਉਂਕਿ ਆਪਾਂ ਐਟਲੀਸਟ 20-22 ਦਿਨਾਂ ਦਾ ਮਾਰਜਨ ਲੈ ਕੇ ਚੱਲਣਾ ਬਹੁਤ ਇੰਪੋਰਟੈਂਟ ਹੈ ਟਰੈਵਲ ਕਰਨ ਦੇ ਵਿੱਚ। ਠੀਕ ਹੈ। ਲੈਟਸ ਸੇ May ਦੇ ਵਿੱਚ ਮੈਰਿਜ ਹੈ, ਆਪਣੇ ਕੋਲੇ ਮਾਰਚ ਜਾਂ April ਫਸਟ ਵੀਕ ਦੇ ਅੰਦਰ ਵੀਜ਼ਾ ਗ੍ਰਾਂਟ ਹੋ ਜਾਣਾ ਚਾਹੀਦਾ, ਕਿਉਂਕਿ ਟਿਕਟ ਵੀ ਆਪਾਂ ਲੈਣੀ ਆ। ਜੇ ਆਪਾਂ ਮਤਲਬ ਟਿਕਟ ਔਨ ਦੀ ਸਪੌਟ ਲਵਾਂਗੇ ਇਟ ਵਿਲ ਬੀ ਐਕਸਪੈਂਸਿਵ ਫॉर ਅਸ, ਉਹ ਆਬਵੀਅਸਲੀ ਜ਼ਿਆਦਾ ਕਾਸਟ ਕਰੇਗੀ। ਤਾਂ ਬੈਟਰ ਹੈ ਜੇ ਮੈਮ ਤੁਹਾਡੀ April May June ਮਤਲਬ ਇਹ ਮੰਥਸ ਦੇ ਵਿੱਚ ਉਹਨਾਂ ਨੇ ਮੈਰਿਜ ਲਈ ਇਨਵਾਈਟ ਤੁਹਾਨੂੰ ਕਰਨਾ ਹੈ, ਆਬਵੀਅਸਲੀ ਉਹ ਤੁਹਾਨੂੰ ਇਨਵੀਟੇਸ਼ਨ ਲੈਟਰ ਭੇਜ ਚੁੱਕੇ ਹੋਣਗੇ, ਤਾਂ ਤੁਸੀਂ ਇੱਕ ਵਾਰ ਆ ਕੇ ਮਿਲ ਲਓ। ਆਪਾਂ ਸਾਰੇ ਡਾਕੂਮੈਂਟ ਡਿਸਾਈਡ ਕਰਕੇ ਕਿਹੜੇ ਕਿਹੜੇ ਚਾਹੀਦੇ ਹੋਣਗੇ, ਆਪਾਂ ਅਕੋਰਡਿੰਗਲੀ ਤੁਹਾਡੀ ਫਾਈਲ ਲਾ ਸਕਦੇ ਹਾਂ। ਜੀ। ਸੋ ਤੁਹਾਡੇ ਵਾਸਤੇ ਮੌਕਾ, ਜਿੰਨੇ ਵੀ ਸਾਡੇ ਦਰਸ਼ਕ ਇਸ ਵੇਲੇ ਟੀਵੀ ਦੇ ਅੱਗੇ ਬੈਠੇ ਨੇ ਜੀ, ਕਿ ਤੁਸੀਂ ਵੀ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣ ਸਕਦੇ ਹੋ। ਸੋ ਸਟੂਡੈਂਟ ਵੀਜ਼ਾ ਦੇ ਬਾਰੇ ਵੀ ਜੇ ਤੁਸੀਂ ਪੁੱਛਣਾ ਤੇ ਨਿਮਨ ਮੈਮ ਬੈਠੇ ਨੇ ਜੀ, ਜੋ ਤੁਹਾਡੇ ਸਵਾਲ ਦਾ ਜਵਾਬ ਦੇ ਵਿੱਚ ਤੁਹਾਡੀ ਮਦਦ ਕਰਨਗੇ। ਤੇ ਨੈਕਸਟ ਕਾਲਰ ਜੀ ਇਸ ਵੇਲੇ ਦੇਸ਼ ਪ੍ਰਦੇਸ਼ ਲਾਈਵ ਦੇ ਸਾਡੇ ਇਸ ਮੰਚ ਦੇ ਉੱਤੇ। ਹੈਲੋ। ਹਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਮੈਂ ਹਰਪ੍ਰੀਤ ਸਿੰਘ ਗੱਲ ਕਰ ਰਿਹਾ ਹਾਂ। ਹਾਂਜੀ ਹਰਪ੍ਰੀਤ, ਕੀ ਸਵਾਲ ਹੈ? मैम मेरा सवाल है जी, मेरी सिस्टर कनाडा की पीआर है। अच्छा ठीक है जी। मेरी मदर का वीजा लगा हुआ है जी। ओके। काफी टाइम पहले था। 10 साल ਦਾ ਮੈਕਸੀਕੋ ਹੁੰਦਾ ਜੀ। ਹਾਂ ਹਾਂ ਠੀਕ ਹੈ। ਤੇ ਹੁਣ ਮੇਰੀ ਮਾਤਾ ਨੇ ਜਾਣਾ ਜੀ, ਤੇ ਦੁਬਾਰਾ ਕੋਈ ਡਾਕੂਮੈਂਟ ਵਗੈਰਾ ਦੀ ਲੋੜ ਤਾਂ ਨਹੀਂ ਸੀ? ਉਹਨਾਂ ਨੇ ਵੀਜ਼ਾ ਉਹਨਾਂ ਦਾ ਐਕਸਪਾਇਰ ਹੋਇਆ ਜਾਂ ਹਲੇ ਹੈ ਵੈਲਿਡ ਹੈ? ਐਕਸਪਾਇਰ ਹੋਇਆ ਹੈ ਜੀ, ਵੈਲਿਡ ਹੈ, ਬਟ ਮੈਂ ਕਹਿ ਰਿਹਾ ਕੋਵਿਡ ਦੇ ਦੌਰਾਨ ਕੋਈ ਚੇਂਜਸ ਤਾਂ ਨਹੀਂ ਆਏ। ਅੱਛਾ, ਹੁਣ ਮੰਮੀ ਨੇ ਜਾਣਾ ਤੁਹਾਡੇ? ਹਾਂ ਜੀ ਹਾਂ ਜੀ। ਸਿਸਟਰ ਕੋਲੇ? ਹਾਂ ਜੀ। ਓਕੇ, ਤੇ ਵੀਜ਼ਾ ਤਾਂ ਹੈਗਾ ਨਾ? ਹਾਂ ਜੀ ਵੀਜ਼ਾ ਹੈਗਾ ਜੀ, ਕੋਈ ਡਾਕੂਮੈਂਟੇਸ਼ਨ ਇਸ ਤੋਂ ਐਕਸਟਰਾ ਤਾਂ ਨਹੀਂ ਲੱਗੂਗੀ ਜਾਂ ਕੁਝ? ਅੱਛਾ ਓਕੇ ਠੀਕ ਹੈ ਜੀ। ਸੋ ਬੇਟੀ ਨੂੰ ਮਿਲਣ ਜਾਣਾ ਜੀ, ਮਦਰ ਕੋਲੇ ਵੀਜ਼ਾ ਹੈਗਾ, ਐਸ ਸੱਚ ਕੁਝ ਉਹਨਾਂ ਨੂੰ ਖਾਸ ਫਾਰਮੈਲਿਟੀ ਜਾਂ ਟਿਕਟ ਲੈਣ ਤੇ ਬਸ ਪਹੁੰਚ ਜਾਣ ਕਿ ਨਹੀਂ? ਰਾਈਟ ਐਗਜ਼ੈਕਟਲੀ ਜੀ, ਬਸ ਤੁਸੀਂ ਟਿਕਟ ਲਓ ਐਂਡ ਯੂ ਕੈਨ ਸਟ੍ਰੇਟ ਅਵੇ ਫਲਾਈ। ਬਸ ਕੰਡੀਸ਼ਨਸ ਅਪਲਾਈਡ ਨੇ ਕਿ ਤੁਸੀਂ ਫੁੱਲੀ ਵੈਕਸੀਨੇਟਡ ਹੋਣਾ ਚਾਹੁੰਦੇ ਹੋ, ਐਂਡ ਜੋ ਤੁਸੀਂ ਟਰੈਵਲ ਕਰੋਗੇ ਤੁਹਾਡਾ ਪ੍ਰਾਇਰ 48 ਆਵਰਸ ਪ੍ਰਾਇਰ ਤੁਹਾਡਾ ਦਿੱਲੀ 에ਅਰਪੋਰਟ ਤੇ, ਆਮ ਸ਼ੋਰ ਦਿੱਲੀ ਤੋਂ ਹੀ ਆਲਮੋਸਟ ਲੋਕ ਫਲਾਈ ਕਰਦੇ ਆ, ਤਾਂ ਉੱਥੇ ਤੁਹਾਡਾ ਕੋਵਿਡ ਟੈਸਟ ਹੋ ਜਾਏਗਾ ਜੀ, ਅਦਰਵਾਈਜ਼ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਤੁਸੀਂ ਜਾ ਸਕਦੇ ਹੋ ਜੀ। ਸੋ ਬਹੁਤ ਵਧੀਆ ਗੱਲ ਹੈ ਕਿ ਤੁਹਾਡੇ ਕੋਲੇ ਵੈਲਿਡ ਵੀਜ਼ਾ ਹੈਗਾ, ਤੇ ਜਿਨ੍ਹਾਂ ਕੋਲੇ ਆਲਰੇਡੀ ਵੀਜ਼ਾ ਹੁੰਦਾ ਉਹ ਕਿਸੇ ਵੀ ਟਾਈਮ ਸਿਰਫ ਉਹਨਾਂ ਨੇ ਟਿਕਟ ਬਾਏ ਕਰਨੀ ਹੁੰਦੀ ਹੈ ਤੇ ਟਰੈਵਲ ਕਰ ਸਕਦੇ ਨੇ। ਟਰੈਵਲ ਦੇ ਵਾਸਤੇ ਕੀ ਰਿਸਟ੍ਰਿਕਸ਼ਨਸ ਹੈਗੀਆਂ ਨੇ ਜੀ, ਕੀ ਹੈਗੀਆਂ ਇਨਸਟਰਕਸ਼ਨਸ ਹੈਗੀਆਂ ਨੇ, ਉਹ ਸਾਰੀਆਂ ਤੁਹਾਨੂੰ ਟਾਈਮ ਟੂ ਟਾਈਮ, ਹਾਲਾਂਕਿ ਜਿੱਥੇ ਅਸੀਂ ਦੇਸ਼ ਪ੍ਰਦੇਸ਼ ਲਾਈਵ ਦੇ ਮੰਚ ਦੇ ਉੱਤੇ ਡਿਸਕਸ ਕਰਦੇ ਹਾਂ ਜੀ, ਸਾਂਝਾ ਕਰਦੇ ਹਾਂ, ਉੱਥੇ ਹੀ ਹਰ ਕੰਟਰੀ ਦੀ ਗਵਰਨਮੈਂਟ ਦੀ ਵੈਬਸਾਈਟ ਵੀ ਹੈ।
ਤੁਸੀਂ ਉੱਥੇ ਜਾ ਕੇ ਵੀ ਜ਼ਰੂਰ ਚੈੱਕ ਕਰਿਆ ਕਰੋ ਕਿ ਹਾਂਜੀ ਉਹ ਕਿੱਦਾਂ ਸਾਨੂੰ ਇਨਵਾਈਟ ਕਰ ਰਹੇ ਨੇ ਜਾਂ ਕੀ ਫਿਲਹਾਲ ਫਾਰਮੈਲਿਟੀਜ਼ ਹੈਗੀਆਂ ਨੇ, ਰਿਕੁਆਇਰਮੈਂਟਸ ਹੈਗੀਆਂ ਨੇ ਜੋ ਸਾਨੂੰ ਫੁੱਲਫਿਲ ਕਰਨੀਆਂ ਪੈਣਗੀਆਂ। ਸੋ ਕੈਨੇਡਾ ਤੋਂ ਇਲਾਵਾ ਜੀ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ, ਮੈਂ ਫੇਰ ਕਹਿ ਰਹੀ ਹਾਂ ਕਿ ਦੇਸ਼ ਪ੍ਰਦੇਸ਼ ਲਾਈਵ ਦਾ ਇਹ ਮੰਚ ਤੁਹਾਡੇ ਸਾਰਿਆਂ ਦੇ ਵਾਸਤੇ ਹੈ। ਫੰਡਿੰਗ ਨੂੰ ਲੈ ਕੇ ਇਸ ਵਾਰੀ ਕਿੱਦਾਂ ਦੇਖ ਰਹੇ ਹੋ? ਜਿੱਦਾਂ ਕਿਉਂਕਿ ਹੁਣ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਕਾਫੀ ਦਿੱਕਤ ਆ ਗਈ ਸੀਗੀ ਜੀ ਮੈਮ। ਕੈਨੇਡਾ ਦੀ ਗੱਲ ਕਰੀਏ, ਕਾਫੀ ਉਹਨਾਂ ਨੇ ਵੀ ਪਿੱਛੇ ਜੇ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਂਜੀ ਸਭ ਕੁਝ ਜੈਨੂਇਨ ਹੈ ਜਾਂ ਫਿਰ ਨਹੀਂ ਹੈ। ਆਸਟ੍ਰੇਲੀਆ ਨੇ ਵੀ ਪਹਿਲਾਂ ਤਾਂ ਚਲੋ ਵੀਜ਼ਾ ਦੇਣੇ ਸ਼ੁਰੂ ਕੀਤੇ, ਉਸ ਤੋਂ ਬਾਅਦ ਕਿ ਹਾਂਜੀ ਹੌਲੀ ਹੌਲੀ ਡਾਕੂਮੈਂਟੇਸ਼ਨ ਜਿਹੜੀ ਪ੍ਰੋਪਰਲੀ ਚੈੱਕ ਕੀਤੀ ਜਾਣ ਲੱਗੀ ਇੱਕ ਇੱਕ ਕਰਕੇ, ਰਾਈਟ? ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਦੇ ਵਿੱਚ ਵੀ ਐਸ ਸੱਚ ਕੋਈ ਇਦਾਂ ਦਾ ਨਹੀਂ ਮੈਮ, देयर इज नो such thing in tourist visa and visitor visa, it's the same thing again, I'm saying this, but ਗੱਲ ਇਹ ਆ ਕਿ ਕੰਟਰੀਜ਼ ਨੇ ਵਾਈਸਾ ਵਰਸਾ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਨੇ ਫੰਡਸ ਨੂੰ। ਇਫ ਯੂ ਟਾਕ ਅਬਾਊਟ ਯੂਕੇ ਮੈਮ, ਯੂਕੇ ਦੇ ਵਿੱਚ ਐਟਲੀਸਟ 28 ਦਿਨ ਪੁਰਾਣੇ ਫੰਡ ਹੋਣੇ ਇੰਪੋਰਟੈਂਟ ਨੇ। ਅੱਛਾ, ਲੈਟਸ ਸੇ ਤੁਹਾਡੀ ਸਟੇਟਮੈਂਟ ਚੱਲਦੀ ਆ ਰਹੀ ਹੈ 2 ਲੱਖ 3 ਲੱਖ 4 ਲੱਖ, ਬਟ ਔਨ ਦੀ ਸਪੌਟ ਜੇ ਤੁਹਾਡਾ ਅਕਾਊਂਟ ਆ ਜਿਹੜਾ ਬਿਲਕੁਲ ਐਵਰੇਜ ਚੱਲ ਰਿਹਾ, ਫॉर ਐਗਜ਼ਾਮਪਲ 10,000 20,000, ਤੁਸੀਂ ਇੱਕਦਮ 4-5 ਲੱਖ ਰੁਪਏ ਸਟੇਟ ਅਵੇ ਪਾ ਦੋਗੇ, ਇਟ ਵਿਲ ਨਾਟ ਬੀ ਐਕਸੈਪਟਡ, ਨਹੀਂ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਊਗਾ। ਐਂਡ ਯੂਕੇ ਫੰਡਸ ਨੂੰ ਲੈ ਕੇ ਬਹੁਤ ਸਪੈਸੀਫਿਕ ਹੈ, ਉਹ ਤੁਹਾਡੀ ਰਿਫਿਊਜ਼ਲ ਦੇ ਵਿੱਚ ਐਲੈਬੋਰੇਟ ਕਰੇਗਾ ਕਿ ਉਹ ਤੁਹਾਡੇ ਕਿਹੜੇ ਟ੍ਰਾਂਜੈਕਸ਼ਨ ਤੋਂ ਸੈਟੀਸਫਾਈ ਨਹੀਂ ਹੋਇਆ। ਓਕੇ, ਠੀਕ ਹੈ। ਬਟ ਤੁਸੀਂ ਕੈਨੇਡਾ ਦੀ ਗੱਲ ਕਰੋ, ਕਿਉਂਕਿ ਕੈਨੇਡਾ ਦੇ ਸਟੂਡੈਂਟ ਵੀਜ਼ਾ ਦੇ ਵਿੱਚ ਵੀ GIC ਜਾਂਦਾ, ਜਿਹਦਾ ਕਿ ਸੋਰਸ ਦੱਸਣਾ ਵੀ ਇੰਪੋਰਟੈਂਟ ਨਹੀਂ ਹੁੰਦਾ, ਉਹ ਤੁਹਾਡੇ ਲਿਵਿੰਗ ਐਕਸਪੈਂਸ ਹੁੰਦੇ ਆ, ਤੁਸੀਂ ਕਿਤੋਂ ਵੀ ਲੈ ਕੇ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਸੇਮ ਇਨ ਕੈਨੇਡਾ ਵਿਜ਼ਟਰ ਔਰ ਟੂਰਿਸਟ ਵੀਜ਼ਾ, ਤੁਸੀਂ ਨਵੇਂ ਫੰਡਸ ਪਾ ਸਕਦੇ ਹੋ, ਬਟ ਅਗੇਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਟੇਟਮੈਂਟ ਵਧੀਆ ਚੱਲ ਰਹੀ ਹੈ, ਪੁਰਾਣੇ ਜਾਂ 2 ਮਹੀਨੇ, ਯੈਸ ਮੈਮ, ਉਹ ਚੱਲ ਕਿਉਂਕਿ ਪਹਿਲਾਂ ਤਾਂ 6 ਮਹੀਨੇ ਵੀ ਮੰਗਦੇ ਸੀਗੇ ਵੀ 6 ਮੰਥਸ ਪਹਿਲਾਂ ਤੁਸੀਂ ਆਪਣੀ ਸਟੇਟਮੈਂਟ ਦਿਓ। ਰਾਈਟ ਮੈਮ, ਇਹ ਵੀ ਇੱਕ ਬਹੁਤ ਵੱਡਾ ਮਿਥ ਹੈ, ਤੁਸੀਂ ਵਧੀਆ ਪੁਆਇੰਟ ਰੇਜ਼ ਕੀਤਾ। ਜਿਹੜਾ ਅਸੀਂ ਕਹਿੰਦੇ ਆ ਕਿ 6 ਮੰਥ ਦੀ ਸਟੇਟਮੈਂਟ ਚਾਹੀਦੀ ਆ, ਮੋਸਟ ਆਫ ਦ ਪੀਪਲ ਥਿੰਕ ਕਿ ਜਿਹੜੇ 6 ਮੰਥ ਦੇ ਫੰਡਸ ਅਸੀਂ ਕਹਿ ਰਹੇ ਹਾਂ, 6 ਮੰਥ ਦੀ ਸਟੇਟਮੈਂਟ ਕਹਿ ਰਹੇ ਹਾਂ, ਉਹ ਪੁਰਾਣੇ ਫੰਡਸ ਅਸੀਂ ਮੰਗ ਰਹੇ ਹਾਂ, ਬਟ ਨੋ, 6 ਮੰਥ ਦੀ ਸਟੇਟਮੈਂਟ ਅਸੀਂ ਤਾਂ ਕਰਕੇ ਦਿਖਾਉਂਦੇ ਹਾਂ ਕਿ ਤੁਹਾਡੀ ਸਟੇਬਿਲਿਟੀ ਕਿੰਨੀ ਕੁ ਹੈ। ਇਹਦੇ ਵਿੱਚ ਇਹ ਨਹੀਂ ਹੈਗਾ ਕਿ ਟ੍ਰਾਂਜੈਕਸ਼ਨਸ ਦੇਖ ਰਹੇ ਹੋ ਕਿ ਤੁਸੀਂ ਰੈਗੂਲਰ ਹੋ ਜਾਂ ਨਹੀਂ ਹੋ। ਜਿਵੇਂ ਕਿ ਹੁਣ ਕਹਿੰਦੇ ਆ ਕਿ ਜਿਹੜੇ ਵੀ ਲੋਕ ਪ੍ਰਾਈਵੇਟ ਜਾਂ ਗਵਰਨਮੈਂਟ ਜੌਬਸ ਨੇ, ਗਵਰਨਮੈਂਟ ਤਾਂ ਚਲੋ ਸੈਲਰੀ ਇਨ ਅਕਾਊਂਟ ਹੀ ਆਉਂਦੀ ਹੈ 99%, ਰਾਈਟ? ਬਟ ਜਿਹੜੇ ਪ੍ਰਾਈਵੇਟ EMPLOYEES ਨੇ, ਕਈਆਂ ਦੀ ਜਿਹੜੀ ਸੈਲਰੀ ਆ ਉਹ ਇਨ ਹੈਂਡ ਉਹਨਾਂ ਨੂੰ ਹਲੇ ਵੀ ਮਿਲਦੀ ਆ, ਬਟ ਉਹਦੇ ਨਾਲ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਤੁਸੀਂ ਉਹਦੀਆਂ ਪੇ ਸਲਿਪਸ ਲੈ ਸਕਦੇ ਹੋ, ਤੁਸੀਂ ਰਿਟਰਨ 'ਚ ਲੈ ਸਕਦੇ ਹੋ ਕਿ ਹਾਂਜੀ ਮੈਂ ਇਹ ਜਗ੍ਹਾ ਤੇ ਇੰਨੇ ਟਾਈਮ ਤੋਂ ਜੌਬ ਕਰ ਰਿਹਾ, ਮੈਂ ਹਾਲੇ ਪਰਮਾਨੈਂਟ EMPLOYE ਨਹੀਂ ਹੈਗਾ, ਕੰਪਨੀ ਦੀਆਂ ਪ੍ਰੋਟੋਕੋਲਸ ਆ, ਤਾਂ ਕਰਕੇ ਉਹ ਜਿਹੜੀ ਸੈਲਰੀ ਆ ਉਹ ਮੈਨੂੰ ਰਿਟਰਨ 'ਚ ਮਤਲਬ ਉਹ ਲਿਖ ਕੇ ਦੇ ਦੇਣਗੇ ਕਿ ਹਾਂਜੀ ਇਹਨਾਂ ਨੂੰ ਅਸੀਂ ਇਨ ਹੈਂਡ ਇੰਨੀ ਸੈਲਰੀ ਦਿੰਦੇ ਆ। ਤਾਂ ਇਟ ਕੈਨ ਪ੍ਰੂਵ ਕਿ ਹਾਂਜੀ ਤੁਸੀਂ ਆਪਣੀ ਕੰਟਰੀ ਦੇ ਵਿੱਚ ਵੈਲ ਸੈਟਲਡ ਹੋ, ਵਧੀਆ ਅਰਨ ਕਰ ਰਹੇ ਹੋ, ਜ਼ਰੂਰੀ ਨਹੀਂ ਹੈਗਾ ਤੁਹਾਡੀ ਸੈਲਰੀ ਜਿਹੜੀ ਅਕਾਊਂਟ 'ਚ ਹੀ ਆਉਂਦੀ ਹੋ। ਜੀ ਅੱਛਾ, ਫੰਡਸ ਦੀ ਮੈਂ ਇੱਕ ਵਾਰ ਫੇਰ ਕਿ ਜਿੱਦਾਂ ਚਲੋ ਮਹੀਨੇ ਪੁਰਾਣੇ ਵੀ ਚਾਹੀਦੇ ਨੇ, ਕਿੰਨੇ ਹੋਣੇ ਚਾਹੀਦੇ, ਸਫੀਸ਼ੀਐਂਟ ਹੈਗੇ ਨੇ ਫॉर one person ਮੈਮ? ਉਹੀ ਅਗੇਨ ਵੇਰੀ ਕਰਦਾ, ਇੱਕ ਬੰਦੇ ਲਈ ਘੱਟੋ ਘੱਟ ਅਸੀਂ ਕਹਿੰਦੇ ਆ ਕਿ 4 ਤੋਂ 5 ਲੱਖ ਦੇ ਫੰਡਸ ਹੋਣ, ਵੈਸੇ 2 ਤੋਂ 3 ਲੱਖ ਦੇ ਫੰਡਸ ਨਾਲ ਵੀ ਹੋ ਜਾਂਦਾ ਹੈ। ਫੰਡਸ ਦਿਖਾਉਣੇ ਕਿਵੇਂ ਆ ਅਸੀਂ, ਜਿਹੜੇ ਅਸੀਂ ਫੰਡਸ ਦਿਖਾ ਰਹੇ ਹੁੰਦੇ ਉਹ ਤੁਹਾਡੀ ਵਿਜ਼ਿਟ ਦੇ ਅਕੋਰਡਿੰਗ ਹੁੰਦੇ ਆ। ਲੈਟਸ ਸੇ ਤੁਸੀਂ 10-15 ਦਿਨ ਲਈ ਘੁੰਮਣ ਜਾ ਰਹੇ ਹੋ ਤਾਂ ਤੁਸੀਂ ਕਿੰਨਾ ਸਪੈਂਡ ਕਰ ਲਓਗੇ, ਲੱਖ 1.5 ਲੱਖ ਕਰ ਲਓਗੇ, ਸ਼ਾਪਿੰਗ ਕਰੋਗੇ, ਘੁੰਮੋਗੇ ਫਿਰੋਗੇ, ਟੂਰਿਸਟ ਪਲੇਸਿਸ ਤੇ ਜਾਓਗੇ, ਕਿਤੇ ਪੇਡ ਵਿਜ਼ਿਟ ਹੁੰਦੀ ਆ ਉਹ ਤੁਸੀਂ ਪੇ ਕਰੋਗੇ, ਹਨਾ, ਐਂਡ ਸ਼ਾਪਿੰਗ ਕਰੋਗੇ, ਉਹ ਡਿਫਰੈਂਟ ਚੀਜ਼ਾਂ ਆ ਜਾਂਦੀਆਂ ਨੇ। ਬਟ ਥੋੜਾ ਟਰੈਵਲ ਐਕਸਪੈਂਸ ਪਲੱਸ 10-15 ਦਿਨ ਰਹਿਣ ਦਾ ਐਕਸਪੈਂਸ ਮਿਲਾ ਕੇ ਅਸੀਂ 3 ਤੋਂ 4 ਲੱਖ ਤੁਹਾਨੂੰ ਕਹਿੰਦੇ ਆ ਮਿਨੀਮਮ ਰੱਖੋ ਫॉर ਸਿੰਗਲ ਪਰਸਨ। ਠੀਕ ਹੈ, ਜਦੋਂ ਟਰੈਵਲ ਕਰਨਾ ਹੈ ਉਸ ਵੇਲੇ ਵੀ ਹੋਣੇ ਚਾਹੀਦੇ ਨੇ। ਯੈਸ ਮੈਮ, ਹੁਣ ਕੀ ਹੈ ਕਿ ਜਿਵੇਂ ਕੈਨੇਡਾ ਦਾ ਬਾਇਓਮੈਟ੍ਰਿਕ ਸਿਸਟਮ ਜਿਹੜਾ ਸਟਾਰਟ ਹੋਇਆ ਸੀ ਉਹ ਤਾਂ ਕਰਕੇ ਹੀ ਹੋਇਆ ਸੀ ਸੋ ਦੈਟ ਦੇ ਕੈਨ ਵੈਰੀਫਾਈ ਕਿ ਜਿਹੜਾ ਕੁਝ ਤੁਸੀਂ ਫਾਈਲ ਲਾਉਣ ਦੇ ਟਾਈਮ ਤੇ ਦੱਸਿਆ ਉਹ ਐਕਚੁਅਲ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਉਹਨਾਂ ਕੋਲ ਹੁਣ ਥੋੜਾ ਸਾਰਾ ਰਿਕਾਰਡ ਹੁੰਦਾ ਜੀ ਕਿ ਤੁਸੀਂ ਕਿਹਦੀ ਸਪਾਂਸਰ ਤੇ ਜਾ ਰਹੇ ਹੋ, ਕਿੱਥੇ ਜਾ ਰਹੇ ਹੋ, ਹੋਟਲ ਬੁਕਿੰਗ ਤੇ ਜਾ ਰਹੇ ਹੋ ਤਾਂ ਕਿੱਥੇ ਰੁਕੋਗੇ ਜੀ। ਸੋ ਉਹ ਵੈਰੀਫਾਈ ਕਰ ਸਕਦੇ ਆ, ਤਾਂ ਜੋ ਤੁਸੀਂ ਦਿਖਾ ਕੇ ਜਾਓ ਸਟਿਕ ਟੂ ਦੈਟ ਪੁਆਇੰਟ। ਜੇ ਸਿਨੈਰੀਓ ਚੇਂਜ ਹੁੰਦਾ ਤਾਂ ਆਪਣੇ ਕੰਸਲਟੈਂਟ ਨਾਲ ਡਿਸਕਸ ਕਰ ਲਓ ਕਿ ਹਾਂਜੀ ਜਦੋਂ ਮੈਂ ਵੀਜ਼ਾ ਲਿਆ ਸੀ ਉਦੋਂ ਮੈਂ ਮੈਰਿਜ ਅਟੈਂਡ ਕਰਨ ਜਾ ਰਿਹਾ ਸੀ, ਪਰ ਡਿਊ ਟੂ XYZ ਰੀਜ਼ਨ ਮੈਂ ਨਹੀਂ ਗਿਆ, ਹੁਣ ਮੈਂ ਜਾ ਰਿਹਾ, ਜੇ ਮੈਨੂੰ ਪੁੱਛਦੇ ਆ ਤਾਂ what should I say, ਤਾਂ ਉਹ ਅਸੀਂ ਤੁਹਾਨੂੰ ਉਸ ਹਿਸਾਬ ਨਾਲ ਕਲੈਰਿਟੀ ਦੇ ਦਾਂਗੇ ਕਿ ਤੁਹਾਨੂੰ ਕੀ ਕਹਿਣਾ ਚਾਹੀਦਾ ਜੀ। ਅੱਛਾ, ਹੁਣ ਨਿਮਨ ਕਿੰਨੇ ਹੀ ਸਾਡੇ ਦਰਸ਼ਕ ਜਿਹੜੇ ਤਾਂ ਆਲਰੇਡੀ ਗਏ ਵੀ ਹੁੰਦੇ ਨੇ, ਰਾਈਟ, ਜਿਨ੍ਹਾਂ ਕੋਲ ਵੀਜ਼ਾ ਸੀਗਾ ਜੀ ਬਟ ਹੁਣ ਐਕਸਪਾਇਰ ਹੋ ਗਿਆ ਵੀਜ਼ਾ ਜੀ, ਆਪਾਂ ਦੁਬਾਰਾ ਰੀ ਅਪਲਾਈ ਕਰਨਾ, ਰਾਈਟ? ਸੋ ਹੁਣ ਇੱਕ ਪਰਸਨ ਜਿਹੜਾ ਪਹਿਲੀ ਵਾਰੀ ਅਟੈਂਪਟ ਕਰਦਾ ਵੀ ਮੈਂ ਤਾਂ ਪਹਿਲੀ ਵਾਰੀ ਅਪਲਾਈ ਕਰਨਾ ਜੀ, ਰਾਈਟ? ਸੋ ਦੋਨਾਂ ਦੇ ਵਿੱਚ ਕਿੰਨਾ ਕਾ ਫਰਕ ਰਹੇਗਾ? ਇਹ ਜਵਾਬ ਮੈਂ ਇੱਕ ਕਾਲਰ ਲੈ ਲੈਣੇ ਉਸ ਤੋਂ ਬਾਅਦ। ਹੈਲੋ ਜੀ ਮੈਡਮ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ? मैं प्रिया ਗੱਲ ਕਰ ਰਹੀ ਹਾਂ ਜੀ। ਪ੍ਰਿया, ਕੀ ਸਵਾਲ ਹੈ? ਮੈਂ ਐਕਚੁਅਲੀ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਹਾਂ ਤੇ ਮੇਰੀ ਫਰੈਂਡ ਰਹਿੰਦੀ ਆ ਉੱਥੇ। ਓਕੇ, ਠੀਕ ਹੈ ਜੀ, ਠੀਕ ਹੈ। ਕਿਹੜੀ ਕੰਟਰੀ ਰਹਿੰਦੇ ਨੇ?
ਆਸਟ੍ਰੇਲੀਆ ਮੈਮ। ਅੱਛਾ ਆਸਟ੍ਰੇਲੀਆ ਰਹਿੰਦੇ ਨੇ ਤੁਸੀਂ ਪਹਿਲਾਂ ਕਦੇ ਗਏ ਹੋ ਆਸਟ੍ਰੇਲੀਆ ਪ੍ਰਿਆ ਨਹੀਂ ਮੈਮ, ਨਹੀਂ ਕੀ ਕਰਦੇ ਹੋ ਤੁਸੀਂ ਮੈਂ ਜੌਬ ਕਰਦੀ ਸੀ, ਮੈਂ ਬੀਕੌਮ ਕੀਤੀ ਹੋਈ ਹੈ। ਬੀਕਾਮ ਕੀਤੀ ਹੈ ਤੇ ਜੌਬ ਕਰਦੇ ਹੋ ਪ੍ਰਾਈਵੇਟ ਜੌਬ ਹੈ ਹਾਂਜੀ ma'am, ਕਿੰਨੀ ਏਜ ਹੈ ਤੁਹਾਡੀ ਮੈਂ 24। 24 ਤੇ ਪਹਿਲਾਂ ਕਦੇ ਕਿਸੇ ਕੰਟਰੀ ਗਏ ਹੋ ਘੁੰਮਣ ਫਿਰਨ ਕਿ ਨਹੀਂ ਨਹੀਂ ਮੈਮ। ਤੇ ਫਰੈਂਡ ਕੀ ਕਹਿੰਦੀ ਹੈ ਮੇਰੇ ਕੋਲੇ ਆ ਜਾ ਆਸਟ੍ਰੇਲੀਆ ਹਾਂਜੀ ਮੈਮ। ਫਰੈਂਡ ਕੀ ਕਹਿੰਦੀ ਹੈ ਆਸਟ੍ਰੇਲੀਆ ਆ ਜਾ ਮੇਰੇ ਕੋਲੇ ਹਾਂਜੀ ਮੈਮ। ਓਕੇ ਚਲੋ ਠੀਕ ਹੈ ਓਕੇ ਗ੍ਰੇਟ ਸੋ 24 ਏਜ ਹੈ ਜੀ ਪ੍ਰਾਈਵੇਟ ਜੌਬ ਕਰਦੇ ਨੇ ਫਰੈਂਡ ਹੈਗੇ ਚਲੋ ਵਧੀਆ ਗੱਲ ਹੈ ਨਾ ਵੀ ਫਰੈਂਡਸ ਹੁੰਦੇ ਨੇ ਆਪਾਂ ਗੱਲਾਂ ਮਾਰ ਲੈਂਦੇ ਆ Right, ਤੇ ਉਹ ਕਈ ਵਾਰੀ ਉਹਨਾਂ ਨੂੰ ਵੀ ਚੱਲ ਤੂੰ ਮੇਰੇ ਕੋਲੇ ਆ ਜਾ ਯਾਰ ਇੱਥੇ ਕੁਝ ਨਹੀਂ ਰੱਖਿਆ ਉਹੀ ਹਿਸਾਬ ਮਿਲਣ ਇੱਥੇ ਲੱਗ ਰਿਹਾ ਪ੍ਰਿਆ ਦਾ ਵੀ ਜੀ ਕੀ ਸੁਜੈਸਟ ਕਰਦੇ ਐਂਡ ਸ਼ੀ ਇਜ਼ ਵਰਕਿੰਗ ਪ੍ਰਾਈਵੇਟ ਜੌਬ ਕਰ ਰਹੇ ਨੇ ਸ਼ੀ ਇਜ਼ 24 ਜੀ ਮੈਰਿਡ ਨੇ ਸਿੰਗਲ ਹਾਲੇ ਨੇ ਆਪਾਂ ਵੀ ਨਹੀਂ ਹੈਵ ਨਾਟ ਪੁੱਛਿਆ। ਆਸਕਡ ਯੈਸ ਨੋ ਪ੍ਰੋਬਲਮ ਪ੍ਰਿਆ ਜੀ ਦੇਖੋ ਜੇ ਤੁਸੀਂ ਜੌਬ ਕਰ ਰਹੇ ਹੋ ਆਈ ਵਾਂਟ ਟੂ ਸੀ ਕਿ ਤੁਹਾਡੇ ਕੋਲ ਕਿੰਨੇ ਫੰਡਸ ਨੇ ਨੰਬਰ 1 ਨੰਬਰ 2 ਤੁਹਾਡੀ ਸੈਲਰੀ ਕਿੰਨੀ ਕੁ ਹੈ ਐਂਡ ਤੁਸੀਂ ITR ਫਾਈਲ ਕਰਦੇ ਹੋ ਜਾਂ ਨਹੀਂ ਕਰਦੇ ਕਿਉਂਕਿ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਸਿੰਗਲ ਹੋ ਮੈਰਿਡ ਹੋ ਇਟਸ ਆਲਸੋ ਅ ਇੰਪੋਰਟੈਂਟ ਪੁਆਇੰਟ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਵੀਜ਼ਾ ਚਾਂਸਸ ਕਿੰਨੇ ਕੁ ਹੋਣਗੇ ਬਿਕੋਜ਼ ਬੇਸਿਕਲੀ ਅਸੀਂ ਇਹੀ ਕਨਵਿੰਸ ਕਰਨਾ ਹੁੰਦਾ ਕਿ ਤੁਸੀਂ ਉੱਥੇ ਜੈਨੂਇਨ ਵਿਜ਼ਿਟਰ ਜਾਂ ਟੂਰਿਸਟ ਹੋ ਤੁਸੀਂ ਉੱਥੇ ਘੁੰਮ ਫਿਰ ਕੇ ਆਪਣਾ ਟਾਈਮ ਸਪੈਂਡ ਕਰਕੇ ਵਾਪਸ ਆ ਜਾਓਗੇ ਸੋ ਇਹ ਚੀਜ਼ਾਂ ਪ੍ਰੂਫ ਕਰਨ ਲਈ ਆਈ ਵਾਂਟ ਡੀਟੇਲ ਇਨਫੋਰਮੇਸ਼ਨ ਬਾਕੀ ਏਜ ਯੈਸ ਮੈਟਰ ਕਰਦੀ ਹੈ ਬਟ 24 ਨੇ ਐਂਡ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੈ ਸ਼ੀ ਟੋਲਡ ਅਸ ਕਿ ਉਹ ਪ੍ਰਾਈਵੇਟ ਜੌਬ 'ਚ ਨੇ XYZ ਅਮਾਊਂਟ ਤਾਂ ਅਰਨ ਕਰਦੇ ਹੀ ਹੋਣਗੇ ਸੋ ਇੱਕ ਵਾਰ ਪ੍ਰਿਆ ਤੁਸੀਂ ਕਾਲ ਕਰਿਓ ਦੁਬਾਰਾ ਇੱਕ ਵਾਰ ਆਪਾਂ ਬਾਕੀ ਸਾਰੀਆਂ ਚੀਜ਼ਾਂ ਡੀਟੇਲ 'ਚ ਡਿਸਕਸ ਕਰਕੇ ਆਲ ਗੈਟ ਬੈਕ ਟੂ ਯੂ ਐਂਡ ਆਪਾਂ ਦੇਖਾਂਗੇ ਕਿੰਨੇ ਚਾਂਸਸ ਨੇ ਜੀ ਸੋ ਨਿਮਨ ਮੇਰਾ ਸਵਾਲ ਸੀਗਾ ਕਿ ਇੱਕ ਜਿਹੜਾ ਤਾਂ ਪਹਿਲੀ ਵਾਰੀ ਅਪਲਾਈ ਕਰ ਰਿਹਾ ਜੀ ਮੈਮ ਦੂਸਰੇ ਪਾਸੇ ਇੱਕ ਇਦਾਂ ਦਾ ਪਰਸਨ ਹੈ ਜਿਹੜਾ ਕਿ ਪਹਿਲਾਂ Frequent traveler ਹਾਂ ਠੀਕ ਹੈ Right. ਦੋਨਾਂ ਨੂੰ ਰਿਕੁਆਇਰਮੈਂਟਸ ਦੇ ਵਿੱਚ ਜਾਂ ਕੁਝ ਦੇਖੋ ਜੀ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਆਲਮੋਸਟ ਸੇਮ ਰਹਿੰਦੀ ਹੈ Okay. ਚਾਹੇ ਤੁਸੀਂ ਰੀਅਪਲਾਈ ਕਰ ਰਹੇ ਹੋਵੋ ਚਾਹੇ ਤੁਸੀਂ ਫਸਟ ਟਾਈਮ ਅਪਲਾਈ ਕਰ ਰਹੇ ਹੋਵੋ ਯੈਸ ਵੀਜ਼ਾ ਚਾਂਸਸ ਬਹੁਤ ਵਧੀਆ ਹੋ ਜਾਂਦੇ ਨੇ ਜੇ ਤੁਸੀਂ ਇੱਕ ਵਾਰ ਆਲਰੇਡੀ ਟਰੈਵਲ ਕਰ ਚੁੱਕੇ ਹੋ ਐਂਡ ਤੁਸੀਂ ਇਨ ਟਾਈਮ ਵਾਪਸ ਆ ਗਏ ਹੋ ਜਿਹੜਾ ਟਾਈਮ ਪੀਰੀਅਡ ਤੁਸੀਂ ਮੈਂਸ਼ਨ ਕਰਿਆ ਸੀ ਉਹਦੇ ਵਿੱਚ ਵਾਪਸ ਆ ਗਏ ਹੋ ਤਾਂ ਦੈਟਸ ਗ੍ਰੇਟ ਤਾਂ ਤੁਹਾਨੂੰ ਜਿਹੜਾ ਸੈਕਿੰਡ ਟਾਈਮ ਆ ਵੀਜ਼ਾ ਅਪਲਾਈ ਕਰਨ 'ਚ ਸੇਮ ਫਾਰਮੈਲਿਟੀਜ਼ ਰਹਿਣਗੀਆਂ ਬਟ ਚਾਂਸਸ ਵਿਲ ਬੀ ਗ੍ਰੇਟ ਵੀਜ਼ਾ ਆਉਣ ਦੇ ਚਾਂਸਸ ਬਹੁਤ ਵਧੀਆ ਰਹਿਣਗੇ ਜੀ ਸੋ ਇਸੇ ਤਰ੍ਹਾਂ ਜੀ ਅੱਛਾ ਅਮਰੀਕਾ ਵੀ ਕਰ ਰਹੇ ਹੋ ਟੂਰਿਸਟ ਵੀਜ਼ਾ ਮੈਮ ਅਮਰੀਕਾ ਦੀਆਂ ਹਲੇ ਇੰਟਰਵਿਊ ਡੇਟਸ ਨਹੀਂ ਮਿਲ ਰਹੀਆਂ ਨਾਟ ਈਵਨ ਫॉर ਟੂਰਿਸਟ ਨਾਟ ਈਵਨ ਫॉर ਸਟੂਡੈਂਟ ਹਾਂ ਜਿਨ੍ਹਾਂ ਦੇ ਆਲਰੇਡੀ ਵੀਜ਼ਾਸ ਲੱਗੇ ਹੋਏ ਨੇ ਉਹ ਟਰੈਵਲ ਕਰ ਸਕਦੇ ਨੇ ਬਟ ਨਿਊ ਐਪਲੀਕੇਸ਼ਨ ਲਈ ਇੰਟਰਵਿਊ ਡੇਟਸ ਆਰ ਨਾਟ ਅਵੇਲੇਬਲ ਜੀ ਬਟ ਕੈਨੇਡਾ UK ਐਂਡ ਆਸਟ੍ਰੇਲੀਆ ਐਂਡ ਯੂਰਪ ਸਮਵੇਅਰ ਯੂ ਆਰ ਸੇਇੰਗ ਕਿ ਮਿਲ ਸਕਦਾ ਹੈ ਅੱਛਾ ਇੱਥੇ ਇੰਟਰਵਿਊ ਹੁੰਦੀ ਹੈ ਨਾ ਕੰਟਰੀਜ਼ ਦੇ ਵਿੱਚ ਨਹੀਂ ਮੈਮ ਕਿਸੇ ਵਿੱਚ ਵੀ ਕੋਈ ਇੰਟਰਵਿਊ ਨਹੀਂ ਹੁੰਦੀ ਹਾਂ ਸ਼ੈਨਗਨ ਦੇ ਵਿੱਚ ਦੇ ਆਰ ਲਿਟਲ ਬਿਟ ਸਪੈਸੀਫਿਕ ਅਬਾਊਟ ਸਮ ਥਿੰਗਸ ਉਹਨਾਂ ਨੂੰ ਜੇ ਤੁਹਾਡੀ ਪ੍ਰੋਫਾਈਲ ਬਾਰੇ ਕੁਝ ਜਾਂ ਤਾਂ ਉਹ ਜਾਣਨਾ ਚਾਹੁੰਦੇ ਨੇ ਜਾਂ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਡਾਊਟ ਹੋ ਰਿਹਾ ਤਾਂ ਉਹ ਤੁਹਾਨੂੰ ਕਾਲ ਕਰ ਸਕਦੇ ਹੋ ਜਸਟ ਇੰਨਾ ਕੀ ਕਨਫਰਮ ਕਰਦੇ ਆ ਕਿ ਤੁਸੀਂ ਜਾ ਰਹੇ ਹੋ ਤੁਹਾਡਾ ਟੂਰ ਪਲਾਨ ਕਦੋਂ ਦਾ ਹੈ ਐਂਡ ਸੈਕੰਡਲੀ ਤੁਸੀਂ ਕਿੱਥੇ ਰੁਕੋਗੇ ਠੀਕ ਹੈ ਇਹ ਬਹੁਤ ਸਾਰੇ ਮੇਰੇ ਕਲਾਇੰਟਸ ਨੂੰ ਕਾਲਸ ਆਈਆਂ ਨੇ ਐਂਡ ਉਹਨਾਂ ਨੇ ਦੱਸਿਆ ਕਿ ਹਾਂਜੀ ਦਿਸ ਇਜ਼ ਆਰ ਆਈਟਨਰੀ ਐਂਡ ਅਸੀਂ ਇਹ ਜਗ੍ਹਾ ਤੇ ਰੁਕ ਕੇ ਇਹ ਪਪੂਲਰ ਪਲੇਸਿਸ ਦੇਖ ਕੇ ਵੀ ਵਿਲ ਕਮ ਬੈਕ ਤਾਂ ਇੰਨੀ ਕੁ ਵੈਰੀਫਿਕੇਸ਼ਨ ਇਨ ਸ਼ੈਨਗਨ ਟੂਰਿਸਟ ਵੀਜ਼ਾ ਇਜ਼ ਪੋਸੀਬਲ ਬਾਕੀ ਇਫ ਯੂ ਟਾਕ ਅਬਾਊਟ ਮੈਮ ਕੈਨੇਡਾ ਆਸਟ੍ਰੇਲੀਆ ਨੋ ਦੇ ਵਿਲ ਨਾਟ ਕਾਲ ਕੋਈ ਇੰਟਰਵਿਊ ਨਹੀਂ ਹੈ ਕੋਈ ਕੁਝ ਨਹੀਂ ਹੈ ਐਸਾ ਜਸਟ ਕਿ ਆਪਾਂ ਡਾਕੂਮੈਂਟੇਸ਼ਨ ਦੇਣੀ ਹੈ ਫਾਈਲ ਸਬਮਿਟ ਕਰਾਣੀ ਹੈ ਤੇ ਵੀਜ਼ਾ ਫਿਰ ਇਹਦਾ ਮਤਲਬ ਚਲੋ ਆਪਾਂ ਡਾਕੂਮੈਂਟਸ ਤਾਂ ਦੇ ਦਿੱਤੇ ਹੁਣ ਬਾਕੀ ਜ਼ਿੰਮੇਵਾਰੀ ਕੰਸਲਟੈਂਟ ਦੇ ਉੱਤੇ ਆ ਜਾਂਦੀ ਹੈ ਕਿਸ ਅਕੋਰਡਿੰਗ ਪੇਸ਼ ਕਰ ਰਹੇ ਨੇ ਰਾਈਟ ਐਗਜ਼ੈਕਟਲੀ ਦੇਖੋ ਬੇਸਿਕਲੀ ਸਭ ਤੋਂ ਇੰਪੋਰਟੈਂਟ ਹੁੰਦੇ ਆ ਤੁਹਾਡੇ ਡਾਕੂਮੈਂਟਸ ਸੈਕੰਡਲੀ ਹੁੰਦਾ ਅਸੀਂ ਉਹਨਾਂ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਆ ਅਸੀਂ ਕਵਰਿੰਗ ਲੈਟਰ ਬਣਾਉਂਦੇ ਆ ਜਿਹਨੂੰ ਬਹੁਤ ਲੋਕ SOP ਸਟੇਟਮੈਂਟ ਆਫ ਪਰਪਸ ਕਹਿੰਦੇ ਆ ਵੀ ਤੁਹਾਡਾ ਪਰਪਸ ਆਫ ਵਿਜ਼ਿਟ ਕੀ ਆ ਤੁਹਾਡੀਆਂ ਟਾਈਸ ਕਿਵੇਂ ਦੀਆਂ ਨੇ ਤੁਹਾਡੀ ਹੋਮ ਕੰਟਰੀ ਦੇ ਵਿੱਚ ਉਹ ਚੀਜ਼ਾਂ ਰਿਪਰੈਜ਼ੈਂਟ ਅਸੀਂ ਕਰਨੀਆਂ ਨੇ ਉਹਦੇ ਵਿੱਚ ਅਸੀਂ ਆਪਣਾ 100% ਐਫਰਟ ਜ਼ਰੂਰ ਦੇਵਾਂਗੇ ਐਂਡ ਅਸੀਂ ਉਹਨੂੰ ਜੈਨੂਇਨ ਗਾਈਡ ਕਰਾਂਗੇ ਬਟ ਐਟ ਦੀ ਐਂਡ ਆਫ ਦੀ ਡੇ ਵੀਜ਼ਾ ਤਾਂ ਹਾਈ ਕਮਿਸ਼ਨ ਨਹੀਂ ਦੇਣਾ ਜੀ ਤਾਂ ਥੋੜਾ ਬਹੁਤ ਤਾਂ ਉਹਨਾਂ ਤੇ ਡਿਪੈਂਡ ਕਰਦਾ ਹੀ ਹੈ ਹਾਊ ਦੇ ਸੀ ਯੋਰ ਪ੍ਰੋਫਾਈਲ ਤਾਂ ਇਹ ਚੀਜ਼ਾਂ ਤਾਂ ਮੈਟਰ ਕਰਦੀਆਂ ਹੀ ਨੇ ਜੀ ਸੋ ਸਾਡੇ ਨਾਲ ਜੀ ਦੇਸ਼ ਪਰਦੇਸ ਲਾਈਵ ਦੇ ਇਸ ਮੰਚ ਦੇ ਉੱਤੇ ਮੈਡਮ ਨਿਮਨ ਜੀ ਫਿਊਚਰ ਵਿੰਗਸ ਤੋਂ ਤੇ ਇੱਕ ਵਾਰੀ ਜਾਣ ਤੋਂ ਪਹਿਲਾਂ ਮੈਂ ਸਟੂਡੈਂਟ ਵੀਜ਼ਾ ਨੂੰ ਲੈ ਕੇ ਕੋਈ ਇਨਫੋਰਮੇਸ਼ਨ ਕੋਈ ਖਾਸ ਅਪਡੇਟ ਕੋਈ ਆਈ ਹੋਵੇ ਕੈਨੇਡਾ ਆਸਟ੍ਰੇਲੀਆ UK ਜੀ ਬਹੁਤ ਸਾਰੀਆਂ ਰਿਊਮਰਸ ਨੇ ਤੇ ਮੈਨੂੰ ਕਾਲਸ ਵੀ ਆਈਆਂ ਨੇ ਇਸ ਰਿਗਾਰਡਿੰਗ ਬਹੁਤ ਸਾਰੇ ਬੱਚਿਆਂ ਦਾ ਆਸਟ੍ਰੇਲੀਆ ਨੂੰ ਲੈ ਕੇ ਬਹੁਤ ਵੱਡਾ ਕੁਐਸਚਨ ਹੈ ਕਿ ਸਾਡਾ ਜੀ ਰਿਜ਼ਲਟ ਨਹੀਂ ਆ ਰਿਹਾ ਸਾਡਾ ਰਿਜ਼ਲਟ ਪੈਂਡਿੰਗ ਚੱਲ ਰਿਹਾ ਠੀਕ ਹੈ ਉਹ ਬੱਚਿਆਂ ਨੂੰ ਮੈਂ ਉਹ ਕਹਿੰਦੇ ਨੇ ਕਿ ਹਾਂਜੀ ਸਾਡਾ ਮੈਡੀਕਲ ਅਪਡੇਟ ਹੋਏ ਨੂੰ 20-22 ਦਿਨ ਹੋ ਚੁੱਕਿਆ ਬਟ ਸਟਿਲ ਵੀ ਆਰ ਐਕਸਪੈਕਟਿੰਗ ਵੀਜ਼ਾ ਬਟ ਹਲੇ ਤੱਕ ਨਹੀਂ ਆਇਆ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਯੂ ਹੈਵ ਟੂ ਬੀ ਲਿਟਲ ਪੇਸ਼ੈਂਟ ਕਿਉਂਕਿ ਅਸੀਂ ਵੀ ਕੁਝ ਇਹਦੇ ਵਿੱਚ ਐਕਸਟਰਾ ਚੀਜ਼ ਨਹੀਂ ਦੱਸ ਪਾਵਾਂਗੇ ਤੁਹਾਨੂੰ ਬਿਕੋਜ਼ ਜਿਹਦੀ ਫਾਈਲ ਆਲਰੇਡੀ ਅੰਡਰ ਪ੍ਰੋਸੈਸ ਹੋਵੇ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਜਾਂ ਜਿਹੜਾ ਤੁਹਾਡਾ
ਕੰਸਲਟੈਂਟ ਹੈ ਜਿਹਦੇ ਕੋਲੋਂ ਤੁਸੀਂ ਆਲਰੇਡੀ ਅਪਲਾਈ ਕਰਿਆ ਜਾਂ ਸਾਡੇ ਕੋਲੋਂ ਵੀ ਅਪਲਾਈ ਕਰਿਆ, ਜੀ। ਅਸੀਂ ਉਹਦੇ ਰਿਗਾਰਡਿੰਗ ਅਪਡੇਟ ਤੁਹਾਨੂੰ ਕਰ ਹੀ ਦਿੱਤਾ, ਬਾਕੀ ਹਾਈ ਕਮਿਸ਼ਨ ਜਿਵੇਂ ਹੀ ਰਿਵਰਟ ਦੇਗਾ ਤੁਹਾਨੂੰ ਪਤਾ ਲੱਗ ਹੀ ਜਾਏਗਾ। ਜੀ ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ you ਆਉਣ so ਦੇ much, ਵਾਸਤੇ। ma'am. Thank ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਜੀ ਇਸੇ ਤਰ੍ਹਾਂ ਵੇਖਦੇ ਰਿਹਾ ਕਰੋ। ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ। ਐਂਡ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਘੁੰਮਣ ਫਿਰਨ ਵਾਲਿਆਂ ਦੇ ਵਾਸਤੇ ਜੀ ਓਪਨ ਹੋ ਚੁੱਕਿਆ, ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜੀ ਸਾਰੇ ਜਣੇ ਇੱਕ ਵਾਰ ਫਿਰ ਤੋਂ ਪੂਰਾ ਕਰ ਸਕਦੇ ਹੋ। ਧੰਨਵਾਦ।